ਲੈ ਕੇ ਹਾਜ਼ਰ ਹੋਏ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਰੋਜ਼ ਦੀ ਤਰ੍ਹਾਂ ਜਿਸ ਤਰ੍ਹਾਂ ਮੁੱਦੇ ਨਵੇਂ ਤੋਂ ਨਵੇਂ ਹੁੰਦੇ ਆ ਜਿਹੜੇ ਨਵੇਂ ਡਿਸਕਸ ਕਰਦੇ ਆ ਸਾਡੇ ਜਿਹੜੇ ਕਿ ਸਪੈਸ਼ਲ ਜਿਹੜੇ ਕਿ ਗੈਸਟ ਹੈਗੇ ਆ ਸੁਹਾਗ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਹੈਪੀ ਨਿਊ ਈਅਰ। ਮੇਰੇ ਵੱਲੋਂ ਵੀ ਆਪਣਾ ਪੰਜਾਬ ਦੇ ਸਰੋਤਿਆਂ ਦਰਸ਼ਕਾਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਤੇ ਆਦਾਬ। ਹਾਂਜੀ ਤੇ ਦੂਸਰੇ ਸਾਡੇ ਗੈਸਟ ਜਿਹੜੇ ਕਿ ਉਹ ਭੈਣ ਜੀ ਪ੍ਰੀਤ ਹੈਗੇ ਸਾਡੇ ਨਾਲ ਜੁੜੇ ਹੋਏ ਇਸ ਵੇਲੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਆ। ਭੈਣ ਜੀ ਤੁਹਾਨੂੰ ਵੀ ਨਵਾਂ ਸਾਲ ਮੁਬਾਰਕ। ਹਾਂਜੀ, ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹੈਰੀ, ਬਹੁਤ ਧੰਨਵਾਦ ਜੋ ਤੁਸੀਂ ਅੱਜ ਮੈਨੂੰ ਘਰੋਂ ਹੀ ਕੋਵਿਡ ਕਰਕੇ ਪਹਿਲੀ ਵਾਰੀ ਸ਼ਾਇਦ ਇਸ ਪ੍ਰੋਗਰਾਮ ਹੋ ਰਿਹਾ ਹੈ ਤੇ ਘਰੋਂ ਤੁਸੀਂ ਸਾਨੂੰ ਆਪਣੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਮੇਰੇ ਵੱਲੋਂ ਸੁਭਾਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ, ਨਵਾਂ ਸਾਲ ਮੁਬਾਰਕ ਤੇ ਤੁਹਾਨੂੰ ਵੀ। ਕੋਵਿਡ ਨੇ ਸਾਨੂੰ ਖਰਾਬ ਕੀਤਾ ਸੀ, ਇਸ ਕਰਕੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਵੈਲਕਮ ਟੂ ਦੀ ਸ਼ੋਅ। ਇਸ ਤਰ੍ਹਾਂ ਆਪਾਂ ਅੱਜ ਦੇ ਮੁੱਦਿਆਂ ਦੇ ਵਿੱਚ ਗੱਲ ਕਰਾਂਗੇ ਸੁਹਾਗ ਜੀ, ਜਿਹੜਾ ਕਿ ਕਿਸਾਨੀ ਬਾਰੇ ਹੈ। ਕਿਸਾਨੀ ਦਾ ਅੱਜ 46 ਡੇ ਹੋ ਗਿਆ ਜਿਹੜਾ ਕਿ ਕਿਸਾਨਾਂ ਦਾ ਉਹਨਾਂ ਦੇ ਮਸਲੇ ਦਾ ਹੱਲ ਨਹੀਂ ਨਿਕਲਦਾ। ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਇਹ ਕੀ ਚੱਕਰ ਹੈਗਾ? ਕਰਕੇ ਹੁੰਦੇ ਵੀ ਕਦੀ ਇਹਦਾ ਹੱਲ ਨਿਕਲਦੇ ਆ, ਕਈ ਇਹਦਾ ਹੱਲ ਨਹੀਂ ਨਿਕਲਦੇ ਤੇ ਉਹਨਾਂ ਨੂੰ ਵਿਚਾਰਨਾ ਪੈਂਦਾ, ਉਹਨਾਂ ਦੀ ਗਹਿਰਾਈ 'ਚ ਜਾਣਾ ਪੈਂਦਾ। ਮਸਲਾ ਕੀ ਆ, ਉਹਦਾ ਪਿਛੜ ਕੀ ਆ, ਗਾਂ ਉਹਦਾ ਅਸਰ ਕੀ ਹੋਏਗਾ। ਲੇਕਿਨ ਇਹ ਮਸਲਾ ਜਿਹੜਾ ਆ, ਕਿਸਾਨੀ ਮਸਲਾ ਜਿਹੜਾ ਇਹ ਬੜਾ ਗਹਿਰਾ ਤੇ ਸੀਰੀਅਸ ਮਸਲਾ ਹੈ, ਕਿਉਂਕਿ ਇਹ ਜਿਹੜੀ ਅੱਗ ਸੀ ਬੜੇ ਚਿਰ ਤੋਂ ਸੁਲਗ ਰਹੀ ਸੀ ਔਰ ਸਰਕਾਰਾਂ ਔਰ ਸਮਾਜ ਦੀਆਂ ਜਿਹੜੀਆਂ ਸੰਸਥਾਵਾਂ ਉਹ ਧਿਆਨ ਨਹੀਂ ਸੀ ਦੇ ਰਹੀਆਂ ਕਿ ਜਿਹੜੀ ਕਿਸਾਨੀ ਆ ਉਹ ਨਿੱਘਰ ਰਹੀ ਹੈ। ਇਸ ਕਰਕੇ ਬੜੇ ਚਿਰ ਤੋਂ ਇਹ ਜਿਹੜੀ ਹੈਗੀ ਸੀ ਵਿਰੋਧਤਾ ਜਾਂ ਅਸੈਸਮੈਂਟ ਕਿਸਾਨਾਂ ਦੀ ਸਰਕਾਰ ਦੇ ਖਿਲਾਫ ਜਾਂ ਸਿਸਟਮ ਦੇ ਖਿਲਾਫ ਚੱਲ ਰਹੀ ਸੀ। ਲੇਕਿਨ ਇਹਨਾਂ ਨੇ ਜਦੋਂ ਮੋਦੀ ਸਾਹਿਬ ਨੇ 3 ਕਾਨੂੰਨ ਲਿਆਂਦੇ ਨੇ, ਉਹ ਅੱਗ ਤੇ ਘਿਓ ਪਾ ਕੇ ਇੱਕ ਹੋਰ ਭਮਾਕਾ ਪਾਤਾ ਉਹਨਾਂ ਨੇ, ਕਿਉਂਕਿ ਬਜਾਏ ਉਸ ਸਮੱਸਿਆ ਨੂੰ ਸੋਲਵ ਕਰਨ ਦੇ ਉਹਨਾਂ ਇੱਕ ਸਮੱਸਿਆ ਹੋਰ ਖੜੀ ਕਰ ਦਿੱਤੀ। ਇਸ ਕਰਕੇ ਜਿਹੜੀ ਇਹ ਸਮੱਸਿਆ ਤੇ ਬੜੀ ਗਹਿਰੀ ਹੈ ਔਰ ਇਸ ਗਹਿਰਾਈ ਨੂੰ ਇਹਦੇ ਵਿੱਚ ਗਹਿਰਾਈ ਜਾਣ ਦੀ ਵੀ ਲੋੜ ਹੈ, ਕਿਉਂਕਿ ਪਹਿਲਾਂ ਕਿਸਾਨ ਇੰਨੇ ਥੋੜ੍ਹੇ ਜਿਹੇ ਨਰਮ ਸਨ, ਚਾਹੁੰਦੇ ਸਨ ਸਰਕਾਰ ਨੂੰ ਡੈਮੋਕ੍ਰੈਟਿਕ ਤਰੀਕੇ ਨਾਲ ਵੀ ਇਹ ਮੁੱਦੇ ਜਿਹੜੇ ਕਾਨੂੰਨ ਹੈ ਵਾਪਸ ਲੈ ਲਏ ਜਾਣ, ਕਿਉਂਕਿ ਸਰਕਾਰ ਨੇ ਇਹਨਾਂ ਨਾਲ ਕੰਟੈਕਟ ਹੀ ਨਹੀਂ ਸੀ ਕੀਤਾ ਕਿਸਾਨਾਂ ਨਾਲ, ਨਾ ਕੋਈ ਸਰਵੇ ਕੀਤਾ ਸੀ ਨਾ ਕੋਈ। ਕਿਉਂਕਿ ਜਿਸ ਮੁਲਕ ਦੀ 70% ਪਾਪੂਲੇਸ਼ਨ ਕਿਸਾਨੀ 'ਤੇ ਡਿਪੈਂਡ ਹੋਵੇ, ਉਹਦੀ GDP ਕਿਸਾਨੀ 'ਤੇ ਡਿਪੈਂਡ ਹੋਵੇ, ਆਰਥਿਕਤਾ ਇਕਨੋਮੀ ਕਿਸਾਨੀ 'ਤੇ ਡਿਪੈਂਡ ਹੋਵੇ ਔਰ ਇਹ ਉਹਨਾਂ ਦਾ ਕਿੱਤਾ ਹੋਵੇ ਕਿਸਾਨੀ ਜਿਹੜੀ ਆ, ਤੇ ਉਸ ਕਿੱਤੇ ਦੇ ਲੋਕਾਂ ਨੂੰ ਪੁੱਛਿਆ ਹੀ ਨਾ ਜਾਵੇ ਔਰ ਕੁਛ ਸੈਕਟਰ ਨੂੰ, ਥੋੜ੍ਹੇ ਜਿਹੇ ਸੈਕਟਰ ਨੂੰ ਅਪਲਾਈਜ਼ ਕਰਨ ਵਾਸਤੇ, ਖੁਸ਼ ਕਰਨ ਵਾਸਤੇ ਸਾਰੇ ਇਸ਼ੂ ਨੂੰ ਤਾਰ ਕਰ ਦਿੱਤਾ ਜਾਵੇ ਔਰ ਸਰਕਾਰ ਆਪਣੇ ਸੈਲਫ ਇੰਟਰਸਟ ਵਾਸਤੇ ਔਰ ਕੁਝ ਬੰਦਿਆਂ ਦੇ ਇੰਟਰਸਟ ਵਾਸਤੇ, ਮੈਜੋਰਟੀ ਆਫ ਦੀ ਪੀਪਲ ਜਿਹੜੇ ਲੋਕ ਨੇ 70% ਲੋਕ ਨੇ, ਉਹਨਾਂ ਦੇ ਇੰਟਰਸਟ ਨੂੰ ਵਾਚ ਨਾ ਕਰਦੀ ਹੋਈ ਛੋਟੇ ਲੋਕਾਂ ਦੇ ਜਿਹੜੇ ਕਾਰਪੋਰੇਟ ਸੈਕਟਰ ਹੈ ਉਹਨਾਂ ਦੇ ਵਾਚ ਵੱਲ ਧਿਆਨ ਦਿੱਤਾ। ਇਸ ਕਰਕੇ ਮਸਲਾ ਤੇ ਬਹੁਤ ਗਹਿਰਾ ਹੋ ਗਿਆ ਹੈ ਜੀ। ਨਹੀਂ ਸ਼ਰਮਾ ਜੀ ਕਿਹਾ ਵੀ ਜਿਹੜਾ ਕਿ ਕਿਸਾਨੀ ਬਹੁਤ ਆ, ਪਰ ਉਹ ਜਿਹੜੀ ਸਰਕਾਰ ਆ ਇਸ ਵੇਲੇ ਮੰਨ ਨਹੀਂ ਰਹੀ ਕਿ ਉਹ ਕਹਿੰਦੇ ਛੋਟਾ ਜਿਹਾ ਨਹੀਂ ਵੀ ਸਾਡੇ ਨਾਲ ਕਾਫੀ ਹਿੱਸੇ ਵਾਲਾ ਹੈਗੇ ਆ। ਗੱਲਾਂ ਹੁੰਦੀਆਂ ਨੇ ਕਿਉਂਕਿ ਜਿਹੜੀ ਸਰਕਾਰ ਜਾਂ ਜਿਹੜੀ ਪਾਰਟੀ ਰੂਲ ਕਰਦਾ ਪਾਰਟੀ ਆ, ਉਹ ਜਿਹੜੇ ਪਾਸੇ ਪੈ ਗਈ ਆ ਉਹ ਬੜੇ ਗਲਤ ਪਾਸੇ ਪੈ ਗਈ ਹੈ। ਕਿਉਂਕਿ ਜੇ ਲੋਕਾਂ ਦੇ ਆਪੋ ਹੀ ਟਕਰਾਅ ਸਰਕਾਰ ਕਰਾਉਣ ਦੀ ਕੋਸ਼ਿਸ਼ ਕਰੇਗੀ ਤਾਂ ਇਹ ਦੇਸ਼ ਵੀ ਇਕੱਠਾ ਨਹੀਂ ਰਹਿ ਸਕਦਾ। ਕਿਉਂਕਿ ਤੁਸੀਂ ਆਜ਼ਾਦੀ ਦੀ ਮੂਵਮੈਂਟ ਤੋਂ ਵੇਖ ਲਓ, ਤੁਸੀਂ ਗਾਂਧੀ ਜੀ, ਕਿ ਸਾਰੇ ਲੋਕ ਜਾਂ ਕਰੋੜਾਂ ਆਦਮੀ ਨਹੀਂ ਸੜਕਾਂ 'ਤੇ ਆ ਜਾਂਦੇ ਹੁੰਦੇ, ਕੁਛ ਨੁਮਾਇੰਦੇ ਹੁੰਦੇ ਸੀ ਜਾਂ ਕੁਛ ਜਿਹੜੇ ਸਿਰਕੱਢ ਲੋਕ ਹੁੰਦੇ ਸੀ, ਉਹੀ ਲੋਕ ਲੀਡਰਸ਼ਿਪ ਦਿੰਦੇ ਸੀ ਲੋਕਾਂ ਨੂੰ ਔਰ ਉਹ ਵਿਚਾਰ ਜਿਹੜੇ ਲੋਕਾਂ ਦੀ ਜਿਹੜੀ ਵਿਚਾਰਧਾਰਾ ਹੁੰਦੀ ਸੀ, ਲੋਕਾਂ ਦੇ ਦੁੱਖ ਸੁੱਖ ਹੁੰਦੇ ਸੀ ਜਿਹੜੇ, ਜਾਂ ਲੋਕ ਜਿਹੜੇ ਵਿਚਰ ਰਹੇ ਸਨ ਉਹਨਾਂ ਉਸ ਸਿਸਟਮ ਦੇ ਵਿਚਰ ਰਹੇ ਹੁੰਦੇ ਸਨ, ਉਹ ਇਸ ਕਰਕੇ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਸਨ। ਇਸ ਕਰਕੇ ਜੇ ਸੋਚੇ ਕਿ ਸਰਕਾਰ ਵੀ ਜੀ ਸਾਡੇ ਮੈਜੋਰਟੀ ਸਾਡੇ ਲੋਕ ਨੇ ਜਾਂ ਦੂਜੀ ਉਹਨਾਂ ਨੂੰ ਸ਼ੋਅ ਸਰਕਾਰਾਂ ਗੁੱਸਾ ਵੀ ਕਰ ਸਕਦੀਆਂ, ਲੇਕਿਨ ਉਹ ਲੌਂਗ ਟਾਈਮ ਉਹ ਜਿਹੜਾ ਟੈਂਪਰਰੀ ਫੇਸ ਹੁੰਦੇ ਆ, ਉਹ ਲੌਂਗ ਟਾਈਮ ਅਪਰਚੂਨਿਸਟ ਜਿਹੜੇ ਲੋਕ ਨੇ ਉਹ ਲੌਂਗ ਟਾਈਮ ਉਹ ਨਹੀਂ ਕੱਢ ਸਕਦੇ। ਜਿਹੜੀ ਕਿਸਾਨਾਂ ਨੇ ਇਹ ਕਾਰਡ ਇੱਕ ਮੋਰਚਾ ਲਾ ਕੇ
ਉੱਥੇ ਸਿੱਧੂ ਬਾਰਡਰ ਤੇ ਜਾਂ ਦੂਸਰੇ ਹੋਰ ਬਾਰਡਰ ਤੇ ਉਹ ਉਸ ਕਰਕੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਇਹਦੇ ਬਾਰੇ ਹਾਂਜੀ ਬਿਲਕੁਲ। ਮੈਂ ਤਾਂ ਅੱਜ ਜਿਹੜੀ ਗੱਲ ਸੁਭਾਸ਼ ਜੀ ਨੂੰ ਵੀ ਇਹੀ ਪੁੱਛਣਾ ਚਾਹੁੰਦੀ ਸੀ ਕਿ ਇਹਨਾਂ ਦਾ ਇਹਦੇ ਬਾਰੇ ਬਾਅਦ ਚ ਵਿਚਾਰ ਲੈਂਦੇ ਆ ਕਿ ਜਿਵੇਂ ਜਿਹੜੀ ਸਾਨੂੰ ਬੜੀ ਆਸ ਸੀਗੀ ਕਿ 8 ਤਰੀਕ ਵਾਲੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਕੋਈ ਨਾ ਕੋਈ ਗੱਲ ਜ਼ਰੂਰ ਨਿਕਲ ਕੇ ਜਾਂ ਕੋਈ ਹੱਲ ਵਾਲੇ ਪਾਸੇ ਨੂੰ ਜਾਊਗੀ, ਪਰ ਇਹ ਹੁਣ 8ਵੀਂ ਮੀਟਿੰਗ ਹੋ ਗਈ। ਮੀਟਿੰਗ ਤੇ ਮੀਟਿੰਗ ਪੈ ਰਹੀ ਹੈ ਤੇ ਹੁਣ ਫਿਰ 11 ਨੂੰ ਇੱਕ ਮੀਟਿੰਗ ਫਿਰ ਪਾ ਦਿੱਤੀ ਗਈ ਹੈ ਤੇ ਇੱਥੋਂ ਲੱਗਦਾ ਕਿ ਜਿਵੇਂ ਸਰਕਾਰ ਨੂੰ ਸਾਰੀ ਜਿਹੜੀ ਸਮਰੱਥਾ ਹੈ, ਲੋਕਾਂ ਦੀ ਤਾਕਤ ਦਾ ਵੀ ਪਤਾ ਲੱਗ ਚੁੱਕਾ ਹੈ, ਪਰ ਸਰਕਾਰ ਦੇ ਕੰਨ ਤੇ ਜੂੰ ਕਿਉਂ ਨਹੀਂ ਸਰਕ ਰਹੀ, ਇਸ ਦਾ ਕਾਫੀ ਲੋਕਾਂ ਦੇ ਵਿੱਚ ਰੋਹ ਵੀ ਹੈ, ਗੁੱਸਾ ਵੀ ਹੈ। ਜਦੋਂ ਕਿ ਕੱਲ ਰਾਜੋਵਾਲ ਨੇ ਵੀ ਆ ਕੇ ਸਟੇਜ ਤੇ ਕਹਿਤਾ ਕਿ ਜਾਂ ਅਸੀਂ ਜਿੱਤਾਂਗੇ ਜਾਂ ਅਸੀਂ ਆਪਣਾ ਇੱਥੇ ਬਲੀਦਾਨ ਹੀ ਦੇ ਦਿਆਂਗੇ, ਤੇ ਹੋਰ ਵੀ ਕਈ ਗੱਲਾਂ ਬਾਤਾਂ ਹੋ ਰਹੀਆਂ ਨੇ। ਪਰ ਸਰਕਾਰ ਹੈ ਜਿਹੜੀ, ਉਹਦਾ ਜਿਹੜਾ ਰਵੱਈਆ ਹੈ ਉਹ ਬਿਲਕੁਲ ਹੀ ਨੈਗੇਟਿਵ ਲੱਗਦਾ ਹੈ, ਕਿਉਂਕਿ ਉਹ ਵਾਰ-ਵਾਰ ਫਿਰ ਉਹੀ ਗੱਲ ਕਰ ਰਹੀ ਹੈ ਕਿ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੀ, ਜਦੋਂ ਕਿ ਸੋਧ ਤੋਂ ਬਿਲਕੁਲ ਹੀ ਸ਼ੁਰੂ ਤੋਂ ਜਿਹੜੀ ਗੱਲ ਹੈ ਕਿਸਾਨਾਂ ਨੇ ਕਹੀ ਹੈ ਕਿ ਇਹਦੇ ਵਿੱਚ ਸੋਧ ਦੀ ਸਾਨੂੰ ਨਹੀਂ ਲੋੜ, ਅਸੀਂ ਇਹਨੂੰ ਰੱਦ ਕਰਨਾ ਹੀ ਮੰਗਦੇ ਹਾਂ। ਤੇ ਮੈਂ ਸੁਭਾਸ਼ ਜੀ ਨੂੰ ਵੀ ਪੁੱਛਣਾ ਚਾਹੁੰਦੀ ਹਾਂ ਕਿ ਉਹਨਾਂ ਦਾ ਇਹਦੇ ਬਾਰੇ ਕੀ ਵਿਚਾਰ ਹੈ ਕਿ ਕੀ ਹੋਏਗਾ ਹੁਣ 11 ਵਾਲੀ ਮੀਟਿੰਗ ਦੇ ਵਿੱਚ। ਇਸ ਤਰ੍ਹਾਂ ਜੇ ਤੁਸੀਂ ਗੱਲ ਜਿਹੜੀ ਕੀਤੀ ਹੈ ਨਾ ਵੀ ਜਦੋਂ 8 ਮੀਟਿੰਗਾਂ ਹੋ ਚੁੱਕੀਆਂ, 8 ਤਰੀਕ ਦੀ ਮੀਟਿੰਗ ਵੀ ਬੁਰੀ ਤਰ੍ਹਾਂ ਮਿਜ਼ਰੇਬਲੀ ਫੇਲ ਹੋਈ ਹੈ। ਆਪਾਂ ਕਈ ਵਾਰ ਆਪਾਂ ਪਹਿਲਾਂ ਵੀ ਇਸ਼ੂ ਜਿਹੜੇ ਟੌਪਿਕ ਡਿਸਕਸ ਕਰਦੇ ਰਹੇ ਹਾਂ ਵੀ ਜਿਹੜੀ ਬਦਕਿਸਮਤੀ ਇਸ ਮੁਲਕ ਦੀ, ਅਸੀਂ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਇਹੋ ਜਿਹੇ ਨੁਮਾਇੰਦੇ ਚੁਣ ਕੇ ਭੇਜਦੇ ਆ ਕਿ ਸੋਸ਼ਲ ਇੰਜੀਨੀਅਰਿੰਗ ਹੈ ਜਿਹੜੀ ਇਲੈਕਸ਼ਨ ਦੀ, ਉਹਦੇ ਵਿੱਚ ਲੌਬੀਆਂ ਦੇ ਬੰਦੇ ਆ ਗਏ ਆ, ਨਾ ਕਿ ਲੋਕਾਂ ਦੇ ਬੰਦੇ ਨੇ, ਨਾ ਕਿ ਲੋਕਾਂ ਦੀ ਡੈਮੋਕ੍ਰੇਸੀ ਸੀ। ਆਪਾਂ ਕਈ ਵਾਰ ਡਿਸਕਸ ਕਰ ਚੁੱਕੇ ਹਾਂ ਔਰ ਉਹਦਾ ਖਮਿਆਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ, ਕਿਉਂਕਿ ਲੋਕਾਂ ਦੇ ਨੁਮਾਇੰਦੇ ਨਹੀਂ, ਇਹ ਕਾਰਪੋਰੇਟ ਹਾਊਸਸ ਦੇ ਨੁਮਾਇੰਦੇ ਨੇ ਜਿਹੜੇ ਫਾਈਨੈਂਸ ਕੀਤੇ ਲੀਡਰਸ਼ਿਪ ਆ, ਉਹ ਲੀਡਰਸ਼ਿਪ ਹੈ। ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਵੀ ਇਹਦਾ ਕੀ ਨਿਕਲੇਗਾ ਰਿਜ਼ਲਟ, ਦੇਖੋ ਜਦੋਂ ਲੋਕਾਂ ਦਾ ਹੜ ਹੁੰਦਾ, ਜੋ ਇਸ਼ੂ ਸੱਚਾ ਹੋਵੇ, ਇਸ਼ੂ ਸਹੀ ਹੋਵੇ ਔਰ ਲੋਕਾਂ ਜਿਹੜੀ 70% ਪਾਪੂਲੇਸ਼ਨ ਹੈ ਹਿੰਦੁਸਤਾਨ ਦੀ, ਉਹ ਕਿਸਾਨੀ ਤੇ ਹੈ, ਉਹਨਾਂ ਦੀ ਆਰਥਿਕਤਾ ਕਿਸਾਨੀ ਤੇ ਹੈ, ਡਿਪੈਂਡ ਕਰਦੀ ਹੈ। ਅਗਰ ਜਦੋਂ ਉਹ ਲੋਕ ਜਿਹੜੇ ਲੀਡਰਸ਼ਿਪ 'ਚ 7-8 ਲੱਖ 10 ਲੱਖ ਆਦਮੀ ਜਿਹੜਾ ਆ ਗਿਆ, ਉਹ ਕਰੋੜਾਂ ਆਦਮੀਆਂ ਨੂੰ ਨੁਮਾਇੰਦਗੀ ਕਰਦਾ। ਜਿਹੜੀ ਸਭ ਤੋਂ ਪਹਿਲਾਂ ਇਹਨਾਂ ਨੇ ਐਲੀਗੇਸ਼ਨ ਲਗਾਇਆ ਜੀ ਅੱਤਵਾਦੀ ਮੂਵਮੈਂਟ ਆ ਜਾਂ ਖਾਲਿਸਤਾਨੀ ਆ ਗਏ ਆ ਜਾਂ ਸਿਰਫ ਪੰਜਾਬ ਦੀ ਜਾਂ ਹਰਿਆਣੇ ਦੇ ਲੋਕ ਕਿਸਾਨ ਹੀ ਨੇ, ਉਹ ਅੱਜ ਸਾਹਮਣੇ ਹੌਲੀ ਹੌਲੀ ਇਹਨਾਂ ਦੇ ਸਾਹਮਣੇ ਆ ਰਿਹਾ ਕਿ ਮੱਧ ਪ੍ਰਦੇਸ਼ ਚੋਂ ਵੀ ਲੋਕ ਆ ਰਹੇ ਨੇ, ਯੂਪੀ ਦੇ ਜਿਹੜੇ ਵੈਸਟਰਨ ਯੂਪੀ ਦੇ ਉਹ ਵੀ ਘੇਰਾ ਪਾ ਕੇ ਬੈਠੇ ਆ, ਹੋਰਨਾਂ ਸਟੇਟਾਂ ਤੋਂ, ਮਹਾਰਾਸ਼ਟਰ ਤੋਂ, ਰਾਜਸਥਾਨ ਵਾਲਿਆਂ ਨੇ ਆਣ ਕੇ ਜਿਹੜਾ ਘੇਰ ਲਿਆ ਇੱਥੇ ਆਣ ਕੇ, ਜਿਹੜਾ ਬਾਰਡਰ ਆ ਸ਼ਾਹਜਹਾਨਪੁਰ ਦਾ। ਇਹ ਪਤਾ ਲੱਗ ਰਿਹਾ ਵੀ ਜਿਹੜੇ ਕਿਸਾਨ ਨੇ ਇਕੱਲੇ ਪੰਜਾਬ ਜਾਂ ਹਰਿਆਣੇ ਦੇ ਨਹੀਂ ਹੈਗੇ, ਇਹ ਦੂਜੀਆਂ ਸਟੇਟਾਂ ਤੋਂ ਵੀ ਆ ਰਹੇ ਨੇ ਔਰ ਦੂਜੀਆਂ ਸਟੇਟਾਂ ਦੀਆਂ ਰਾਜਧਾਨੀਆਂ ਤੇ ਮੁਜ਼ਾਹਰੇ ਵੀ ਹੋ ਰਹੇ ਕਿਸਾਨਾਂ ਦੇ, ਕਿਉਂਕਿ ਕੇਰਲਾ 'ਚ ਵੀ ਬਿੱਲ ਪਾਸ ਕਰਤਾ, ਦੂਸਰੇ ਪਾਸੇ ਕਰਨਾਟਕਾ 'ਚ ਵੀ ਮੁਜ਼ਾਹਰਾ ਹੋਇਆ, ਮਦਰਾਸ 'ਚ ਵੀ, ਤਾਮਿਲਨਾਡੂ 'ਚ ਮੁਜ਼ਾਹਰਾ ਹੋਇਆ, ਫਿਰ ਤੁਹਾਡੇ ਆਪਣਾ ਆਂਧਰਾ ਪ੍ਰਦੇਸ਼ 'ਚ ਵੀ ਮੁਜ਼ਾਹਰਾ ਹੋਇਆ, ਛੱਤੀਸਗੜ੍ਹ ਹੋਇਆ, ਬਿਹਾਰ 'ਚ ਹੋ ਗਿਆ, ਲਾਠੀਚਾਰਜ ਪੁਲਿਸ ਦਾ ਵੀ ਹੋਇਆ। ਇਹ ਚੀਜ਼ਾਂ ਸ਼ੋਅ ਕਰਦੀਆਂ ਨੇ ਵੀ ਜਿਹੜੀ ਕਿਸਾਨ ਦੇ ਨਾਲ ਇਨਜਸਟਿਸ ਹੋ ਰਿਹਾ, ਉਹਦਾ ਸ਼ੋਸ਼ਣ ਹੋ ਰਿਹਾ ਔਰ ਕਈ ਲੋਕ ਕੋਵਿਡ ਕਰਕੇ ਜਾਂ ਟਰਾਂਸਪੋਰਟੇਸ਼ਨ ਕਰਕੇ ਜਾਂ ਦੂਰ ਦਰਾਜ ਕਰਕੇ, ਜਿਹੜਾ ਬਹੁਤ ਕਿਉਂਕਿ ਮੁਲਕ ਬਹੁਤ ਵੱਡਾ ਆ, ਇਸ ਕਰਕੇ ਲੋਕ ਇੱਕ ਥਾਂ ਜਾ ਰਹੇ ਆ ਜਾਂ ਜਲਸਿਆਂ 'ਚ ਨਹੀਂ ਆ ਸਕਦੇ। ਲੇਕਿਨ ਸਰਕਾਰ ਭੁਲੇਖੇ 'ਚ ਹੈ, ਕਿਉਂਕਿ ਉਹ ਨੌਨ ਵਾਇਲੈਂਟ ਰਹਿ ਰਹੇ ਨੇ। ਉਹਨਾਂ ਦੀ ਸਰਕਾਰ ਦੀ ਕੋਸ਼ਿਸ਼ ਹੈ ਵੀ ਇਹ ਵਾਇਲੈਂਟ ਹੋ ਜਾਏ ਮੂਵਮੈਂਟ, ਲੇਕਿਨ ਉਹ ਬੜੀ ਸਿਆਣੀ ਔਰ ਆਰਗੇਨਾਈਜ਼ ਤਰੀਕੇ ਦੇ ਨਾਲ ਉਹ ਮੂਵਮੈਂਟ ਨੂੰ ਚਲਾ ਰਿਹਾ ਹੈ ਔਰ ਉਹਦਾ ਰਿਜ਼ਲਟ ਇਹ ਕੀ ਨਿਕਲੇਗਾ ਵੀ ਜਿਹੜੇ ਦੂਜੀਆਂ ਸਟੇਟਾਂ ਨੇ ਜਾਂ ਸਟੇਟ ਵਾਈਜ਼ ਜਾਂ ਸਟੈਪ ਵਾਈਜ਼ ਉਹ ਮੂਵਮੈਂਟ ਸਪਰੈਡ ਕਰ ਰਹੀ ਹੈ। ਡਿਸਟ੍ਰਿਕਟ ਵਾਈਜ਼ ਹੈੱਡਕੁਆਟਰ ਦੇ ਮੁਜ਼ਾਹਰੇ ਆਉਣਗੇ, ਫਿਰ ਰਾਜਧਾਨੀਆਂ 'ਚ ਕਿਸਾਨਾਂ ਦੇ ਦੂਜੀਆਂ ਸਟੇਟਾਂ ਦੇ ਮੁਜ਼ਾਹਰੇ ਆਉਣਗੇ। ਇਸ ਕਰਕੇ ਜਿਹੜੀ ਆ ਸਰਕਾਰ ਉਹ ਲਾਈਟਲੀ ਲੈ ਰਹੀ ਹੈ। ਜਿਹੜੀ 8 ਤਰੀਕ ਨੂੰ ਗੱਲਾਂ ਬਾਤਾਂ ਬਾਰ-ਬਾਰ ਉਹੀ ਰਿਪੀਟ ਕਰਨੀਆਂ, ਸਰਕਾਰ ਬੇਵਕੂਫ ਨਹੀਂ, ਲੇਕਿਨ ਸਰਕਾਰ ਚਲਾਕੀ ਕਰ ਰਹੀ ਹੈ। ਉਹ ਚਲਾਕੀ ਜਿਹੜੀ ਆ ਉਹ ਹਮੇਸ਼ਾ ਚੱਲਦੀ ਨਹੀਂ। ਮੈਂ ਤੁਹਾਨੂੰ ਸੌਰੀ ਵਿੱਚ ਰੋਕਾਂਗੀ, ਬਰਾਬਰ ਦੀ ਧਿਰ ਜਿਹੜੀ ਖੜੀ ਕਰਨੀ ਜਾਂ ਉਹਦੇ ਵਿੱਚ ਕੀ ਹੈ ਕਿ ਕਿਸਾਨ ਇੱਕ ਵੱਖਰੇ ਤਰ੍ਹਾਂ, ਮਤਲਬ ਇੱਕ ਪਹਾੜੇ ਦੇ ਆਪਾਂ ਜਿਵੇਂ ਕਹਿੰਦੇ ਕਿਸਾਨ, ਉਹਨਾਂ ਨੂੰ ਲੈ ਕੇ ਵੱਖਰੀ ਧਿਰ ਖੜੀ ਕਰਨ ਦੀ ਜਿਹੜੀ ਚਾਲ ਹੈ, ਜਿਹੜੀ ਸਰਕਾਰ ਚੱਲ ਰਹੀ ਹੈ, ਤੇ ਨਾਲ ਦੀ ਨਾਲ
ਜਿਵੇਂ ਧਾਰਮਿਕ ਹੋਰ ਆਗੂਆਂ ਨੂੰ ਨਾਲ ਲੈਣਾ, ਜਿਵੇਂ ਬਾਬਾ ਲੱਖਾ ਸਿੰਘ ਵੀ ਖੇਤੀ ਮੰਤਰੀ ਨੂੰ ਮਿਲੇ, ਜਿਹੜੀ ਨਾਨਕ ਸਰ ਦੀ ਇੱਕ ਸੰਸਥਾ ਹੈ, ਜਾਂ ਹੋਰ ਕੁਝ ਸਿਆਸੀ ਪਾਰਟੀਆਂ ਨੂੰ ਨਾਲ ਲੈਣਾ ਤੇ ਉਹਨੂੰ ਜਾਣਬੁੱਝ ਕੇ ਲੰਮਾ ਪਾਉਣ ਦਾ ਜਿਹੜਾ ਉਹਨਾਂ ਦਾ ਸਕੀਮ ਹੈ, ਤੁਹਾਨੂੰ ਲੱਗਦਾ ਕਿ ਇਹ ਸਕੀਮ ਕੋਈ ਸਿਰੇ ਚੜ ਸਕਦੀ ਹੈ? ਉਹ ਸਰਕਾਰਾਂ ਇਹੋ ਜਿਹੇ ਟੈਕਟਿਕਸ ਤੇ ਅਡਾਪਟ ਕਰਦੀਆਂ ਹੁੰਦੀਆਂ। ਜਦੋਂ 1934 ਦੇ ਵਿੱਚ ਇੱਕ ਮੂਵਮੈਂਟ ਚੱਲੀ ਸੀ, ਕਿਸਾਨ ਮੂਵਮੈਂਟ ਚੱਲੀ, ਸਵਾਮੀ ਸੀ ਉਹਦਾ ਨਾਮ, ਮੈਨੂੰ ਚੇਤੇ ਨਹੀਂ ਆ ਰਿਹਾ, ਉਹਨਾਂ ਨੇ ਚਲਾਈ ਸੀ। ਔਰ ਉਹ ਅੰਗਰੇਜ਼ ਉਦੋਂ ਸਪੋਰਟ ਕਰਦੇ ਬੜੇ ਬੜੇ, ਹੁਣ ਕਾਰਪੋਰੇਟ ਸੈਕਟਰ ਹੈ, ਉਦੋਂ ਹੁੰਦਾ ਸੀ ਬੜੇ ਬੜੇ ਜ਼ਿਮੀਂਦਾਰ ਜਿਹੜੇ ਹੁੰਦੇ ਸੀ ਜਗੀਰਦਾਰ, ਉਹ ਸਪੋਰਟ ਕਰਦੇ ਸੀ ਉਸ ਸਰਕਾਰ ਦੀ, ਔਰ ਉਹ ਵੀ ਤਰੀਕੇਕਾਰ ਵਰਤਦੇ ਹੁੰਦੇ ਸੀ। ਲੇਕਿਨ ਉਹ ਸਾਰਾ ਕੁਝ ਫੇਲ ਹੋ ਗਿਆ। ਹੁਣ ਨਵਾਂ ਤਰੀਕਾ ਕਰ ਲਿਆ, ਜਿਹੜੇ ਵਿਕਾਊ ਮਾਲ ਆ ਜਾਂ ਵਿਕਾਊ ਲੋਕ ਹੁੰਦੇ ਨੇ, ਜਾਂ ਸਰਕਾਰੀ ਜਿਹਨੂੰ ਕਹਿੰਦੇ ਟੌਟਸ ਹੁੰਦੇ ਆ, ਜਾਂ ਸਰਕਾਰ ਪੱਖੀ ਲੋਕ ਹੁੰਦੇ ਆ, ਉਹਨਾਂ ਨੂੰ ਸਰਕਾਰਾਂ ਕੋਸ਼ਿਸ਼ ਕਰਦੀਆਂ ਹੁੰਦੀਆਂ। ਲੇਕਿਨ ਇਹ ਲੋਕ ਜਿਹੜੇ ਸੱਚ ਦੇ ਸਾਹਮਣੇ, ਜਾਂ ਜਿਹੜਾ ਸੱਚਾਈ ਦਾ ਹੜ ਹੁੰਦਾ, ਜੇ ਮੂਵਮੈਂਟ ਹੁੰਦੀ ਆ, ਉਹਦੇ ਸਾਹਮਣੇ ਟਿਕ ਨਹੀਂ ਸਕਦੇ ਲੰਮੀ, ਜਾਂ ਟੈਂਪਰੇਰੀ ਮੀਡੀਆ ਦੇ ਅੱਗੇ ਤੇ ਲਿਆ ਕੇ ਇਹ ਦਿਖਾ ਦੇਣਗੇ, ਲੋਕਾਂ ਨੂੰ ਇੰਪ੍ਰੈਸ਼ਨ ਦੇਣਗੇ। ਲੇਕਿਨ ਜਿਹੜਾ ਸਹੀ ਮੈਸੇਜ, ਜਿਹੜੇ ਪ੍ਰੈਕਟੀਕਲੀ ਆਪਣਾ ਮੋਰਚਾ ਲਾ ਕੇ ਬੈਠੇ ਆ, ਜਿਹੜਾ ਮੀਂਹ ਵਰਦਾ ਆ, ਗੜੇ ਪਏ ਨੇ ਉੱਥੇ, ਉਹ 70 ਬੰਦੇ ਸ਼ਹੀਦ ਹੋ ਚੁੱਕੇ ਆ ਇਸ ਮੂਵਮੈਂਟ ਦੇ ਵਿੱਚ, ਉਹ ਲੋਕਾਂ ਨੂੰ ਦਿਖ ਰਿਹਾ ਹੈ। ਔਰ ਜਿਹੜਾ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਹੈਗਾ ਸੀ ਨਾ ਗੋਦੀ ਮੀਡੀਆ, ਉਹ ਟੋਟਲੀ ਔਰ ਮਿਜ਼ਰੇਬਲੀ ਫੇਲ ਹੋ ਗਿਆ। ਉਹ ਆਪਣੀ ਇਸ ਚੀਜ਼ ਨੂੰ, ਉਹ ਨੈਗੇਟਿਵ ਜਿਹੜੀ ਆ ਵਿਊ ਦੇਣ 'ਚ ਉਹ ਕਾਮਯਾਬ ਨਹੀਂ ਹੋਇਆ। ਲੇਕਿਨ ਕਿਉਂਕਿ ਸੋਸ਼ਲ ਮੀਡੀਆ ਔਰ ਜਿਹੜੇ ਲੋਕਲ ਮੀਡੀਆ ਸੀ ਉੱਥੋਂ ਦਾ, ਰੀਜਨਲ ਮੀਡੀਆ ਜਿਹਨੂੰ ਕਹਿ ਸਕਦੇ ਆਪਾਂ, ਜਾਂ ਇੰਟਰਨੈਸ਼ਨਲ ਮੀਡੀਆ, ਕੈਨੇਡਾ ਦੇ ਜਿਹੜੇ ਚੈਨਲਸ ਨੇ, ਜਾਂ ਉੱਥੋਂ ਦੇ ਲੋਕਲ ਚੈਨਲਸ ਨੇ, ਰੀਜਨਲ ਚੈਨਲਸ ਨੇ, ਔਰ ਹੋਰ ਪ੍ਰੋਸ 3-4 ਜਿਹੜੇ ਨੈਸ਼ਨਲ ਚੈਨਲਸ ਨੇ, ਉਹਨਾਂ ਨੇ ਪੂਰੀ ਤਸਵੀਰ ਜਿਹੜੀ ਆ ਲੋਕਾਂ ਸਾਹਮਣੇ ਔਰ ਇੰਟਰਨੈਸ਼ਨਲ ਲੈਵਲ 'ਤੇ ਲੋਕਾਂ ਨੂੰ ਦਿਖਾਤੀ ਹੈ। ਔਰ ਉਹਦਾ ਰਿਜ਼ਲਟ ਇਹ ਨਿਕਲਿਆ ਵੀ ਇਹ ਜਿਹੜਾ ਮਸਲਾ ਆ ਜਾਂ ਇਹ ਮੂਵਮੈਂਟ ਆ, ਇਹ ਇੰਟਰਨੈਸ਼ਨਲ ਲੈਵਲ 'ਤੇ ਜਾ ਚੁੱਕੀ ਹੈ। ਔਰ ਦੂਸਰੀ ਸਰਕਾਰਾਂ ਜਿਹੜੀਆਂ ਨੇ ਵਰਲਡ ਦੀਆਂ, ਚਾਹੇ ਜਿਸ ਤਰ੍ਹਾਂ ਵੇਖੋ ਨਾ, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਵਿਜ਼ਿਟ ਕੈਂਸਲ ਕਰਤੀ, ਔਰ ਅਮਰੀਕਾ ਦੇ ਕਾਂਗਰਸ ਨੇ ਵੀ ਇਹਨਾਂ ਨੂੰ ਵਾਰਨ ਕੀਤਾ, ਆਸਟ੍ਰੇਲੀਆ ਨੇ ਵੀ ਵਾਰਨ ਕੀਤਾ, ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆਲਰੇਡੀ ਕਹਿ ਚੁੱਕਾ, ਔਰ ਡਿਫੈਂਸ ਮਿਨਿਸਟਰ ਕਹਿ ਚੁੱਕੇ ਨੇ ਕਿ ਵੀ ਤੁਸੀਂ ਇਹਨਾਂ ਲੋਕਾਂ ਨੂੰ ਨਿਆਂ ਦਿਓ। ਇਹ ਜਦੋਂ ਮੂਵਮੈਂਟਾਂ ਪਰ ਸ਼ਿਵਾਜ ਜੀ ਜਿਹੜਾ ਅਸੀਂ ਮੰਨਦੇ ਹਾਂ ਵੀ ਇੰਟਰਨੈਸ਼ਨਲ ਇਹ ਮੁੱਦਾ ਹੋ ਚੁੱਕਾ ਆ, ਬਟ ਇੱਕ ਪਾਸੇ ਤਾਂ ਜਿਹੜੀਆਂ ਕਿਸਾਨ ਯੂਨੀਅਨ ਆ, ਉਹ ਇੱਕ ਪਾਸੇ ਤਾਂ ਮੀਟਿੰਗਾਂ ਕਰਦੀ ਆ, ਦੂਸਰੇ ਪਾਸੇ ਪ੍ਰਦਰਸ਼ਨ ਵੀ ਦਿਖਾਉਂਦੀ ਆ। ਜਿਹੜਾ ਟਰੈਕਟਰ ਰੈਲੀ ਕੀਤੀ ਆ, ਉਹਦਾ ਕੀ ਮਤਲਬ ਸੀਗਾ ਵੀ ਸਰਕਾਰ ਨੂੰ ਦਬਾਅ ਪਾਉਣਾ ਕਿ ਕੀ ਸ਼ੋਅ ਕਰਨਾ ਵੇ ਇਹਦੇ ਵਿੱਚ? ਜਿਹੜੀ ਹੁੰਦੀ ਹੈ ਨਾ ਟ੍ਰੇਡ ਯੂਨੀਅਨ ਜਾਂ ਲੇਬਰ ਯੂਨੀਅਨ ਜਾਂ ਕੋਈ ਵੀ ਯੂਨੀਅਨ ਹੁੰਦੀਆਂ ਨੇ, ਆਰਗੇਨਾਈਜੇਸ਼ਨ, ਐਸੋਸੀਏਸ਼ਨ ਹੁੰਦੀਆਂ ਨੇ, ਉਹ ਵੇਖੋ ਇਹ ਕੋਈ ਸਿਸਟਮ ਨੂੰ ਚੇਂਜ ਕ੍ਰਾਂਤੀ ਵਾਸਤੇ ਤੇ ਜਾ ਨਹੀਂ ਰਹੇ। ਇਹ ਸਿਰਫ ਦਬਾਅ ਹੀ ਹੁੰਦਾ ਹਮੇਸ਼ਾ, ਯੂਨੀਅਨਸ ਦਾ ਪ੍ਰੈਸ਼ਰ ਹੁੰਦਾ ਆ ਵੀ ਤੁਸੀਂ ਲੋਕ ਜਿਹੜੇ ਨੇ, ਡੈਮੋਕ੍ਰੇਸੀ ਵਿੱਚ ਹੁੰਦਾ ਕੀ ਹੈ, ਰਾਈਟ ਆਫ ਪ੍ਰੋਟੈਸਟ, ਰਾਈਟ ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ, ਉਹ ਹੁੰਦਾ। ਤੁਸੀਂ ਡੈਮੋਨਸਟ੍ਰੇਸ਼ਨ ਵੀ, ਰਾਈਟ ਆਫ ਡੈਮੋਨਸਟ੍ਰੇਸ਼ਨ ਵੀ ਹੁੰਦਾ ਡੈਮੋਕ੍ਰੇਸੀ ਵਿੱਚ। ਜਦੋਂ ਇਹ ਸਰਕਾਰਾਂ ਇਹਨਾਂ ਚੀਜ਼ਾਂ ਨੂੰ ਕਰਟੇਲ ਕਰਦੀਆਂ, ਰੋਕਦੀਆਂ ਨੇ, ਤੇ ਉਦੋਂ ਇਹ ਇਸ਼ੂ ਭਖਦਾ ਆ। ਜਿਹੜੀ ਟਰੈਕਟਰ ਟਰਾਲੀ ਸੀ, ਇਹ ਵੀ ਇੱਕ ਕਿਸਮ ਦਾ ਪ੍ਰੈਸ਼ਰ ਹੀ ਕਹਿ ਸਕਦੇ ਹਾਂ ਆਪਾਂ, ਔਰ ਇਹ ਵੀ ਸ਼ੋਅ ਕਰ ਸਕਦੇ ਵੀ ਅਸੀਂ ਐਡੇ ਕਮਜ਼ੋਰ ਨੇ ਵੀ ਜੇ ਸਾਨੂੰ ਲਾਠੀਆਂ ਨਾਲ ਜਾਂ ਡਾਂਗਾਂ ਨਾਲ ਜਾਂ ਟੀਅਰ ਗੈਸ ਨਾਲ ਤੁਸੀਂ ਦਬਾ ਲੋਗੇ। ਹੁਣ ਇੱਕ ਇਸ਼ੂ ਐਸਾ ਆ ਗਿਆ ਔਰ ਇੱਕ ਪ੍ਰੈਸਟੀ ਬਣ ਗਈ ਹੈ ਕਿ ਅਸੀਂ, ਕਿਉਂਕਿ ਜ਼ਿੰਦਗੀ ਮੌਤ ਦਾ ਸਵਾਲ ਹੈ, ਨੈਕਸਟ ਜਨਰੇਸ਼ਨ ਦੇ ਫੀਡਿੰਗ ਦਾ ਸਵਾਲ ਆ, ਉਹਨਾਂ ਦੇ ਫਿਊਚਰ ਦਾ ਸਵਾਲ ਆ, ਉਹਨਾਂ ਦੀ ਆਰਥਿਕਤਾ ਦਾ ਸਵਾਲ ਆ, ਉਹਨਾਂ ਦੇ ਧੰਦੇ ਦਾ ਸਵਾਲ ਆ। ਜਦੋਂ ਪੇਟ ਦਾ ਸਵਾਲ ਜਦੋਂ ਆ ਜਾਂਦਾ ਨਾ, ਉਦੋਂ ਬੰਦਾ ਜਾਂ ਮੌਤ ਤੇ ਜਾਂ ਫਿਰ ਉਹ ਹੱਲ ਜਿਹੜਾ ਅਚੀਵ ਕਰਨਾ, ਉਹਦੇ ਅੱਗੇ ਉਹ ਟਾਰਗੇਟ ਰਹਿ ਜਾਂਦਾ। ਔਰ ਇਸ ਕਰਕੇ ਇਹ ਪ੍ਰੈਸ਼ਰ ਵੀ ਆ ਟਰੈਕਟਰ ਟਰਾਲੀ ਦਾ ਸਰਕਾਰ ਦੇ ਉੱਤੇ, ਔਰ ਆਪਣਾ ਵਿਚਾਰਧਾਰਾ ਨੂੰ ਜਿਹੜਾ ਪੋਜ਼ਿਟਿਵ ਤਰੀਕੇ ਨਾਲ, ਸਭ ਤੋਂ ਵੱਡੀ ਗੱਲ ਹੈ ਜਿਹੜੀ ਆਰਗੇਨਾਈਜੇਸ਼ਨ ਨੇ, ਕਿਸਾਨ ਆਰਗੇਨਾਈਜੇਸ਼ਨ ਨੇ, ਉਹ ਪ੍ਰੋਜੈਕਟ ਕਰ ਰਹੀਆਂ ਨੇ ਇੰਟਰਨੈਸ਼ਨਲ ਪਲੇਟਫਾਰਮ ਦੇ। ਡੈਮੋਕ੍ਰੈਟਿਕ ਪਲੇਟਫਾਰਮ ਹੈ ਸਾਰਾ ਵਰਲਡ ਦਾ, ਡੈਮੋਕ੍ਰੇਸੀ ਦੂਜੀਆਂ ਕੰਟਰੀਜ਼ ਵੀ ਨੇ, ਉਹ ਪ੍ਰੋਟੈਸਟ ਕਰ ਰਹੀਆਂ ਨੇ, ਉਹ ਸ਼ੋਅ ਕਰ ਰਹੀਆਂ ਨੇ। ਇਸ ਕਰਕੇ ਸਰਕਾਰ ਨੂੰ ਭੈਣ ਜੀ, ਪ੍ਰੀਤ ਜੀ, ਤੁਸੀਂ ਵੀ ਇੱਥੇ ਰੈਲੀਆਂ 'ਚ ਗਏ ਆ, ਇਹਨਾਂ ਵਿੱਚੋਂ ਕੀ ਸ਼ੋਅ ਕਰਦੇ ਆ ਵੀ ਜਿਹੜਾ ਕਿ ਕੈਨੇਡਾ ਦੇ ਵਿੱਚ ਵੀ ਤੁਸੀਂ ਕਈ ਮੇਰਾ ਖਿਆਲ ਕਿਸਾਨੀ ਧਰਨਿਆਂ ਤੇ ਗਏ ਆ, ਤੁਹਾਡਾ ਕੀ ਐਕਸਪੀਰੀਅੰਸ ਆ? ਇਹ 26 ਤੋਂ ਇਹ ਅੰਦੋਲਨ ਸ਼ੁਰੂ ਹੋਇਆ ਤੇ ਉਸੇ ਦਿਨ ਤੋਂ ਹੀ ਜਿਹੜੇ ਬਾਹਰਲੇ ਜਿੰਨੀਆਂ ਵੀ ਕੰਟਰੀਜ਼ ਦੇ ਵਿੱਚ ਜਿੱਥੇ ਵੀ ਇੰਡੀਅਨ ਜਾਂ ਪੰਜਾਬੀ ਕਿਸਾਨ ਬੈਠੇ ਨੇ, ਉਹ ਸਾਰਿਆਂ ਨੇ ਆਪਣਾ ਜਿਹੜਾ ਸਹਿਯੋਗ ਹੈ ਜਿਹੜਾ ਉਹ ਦੇਣਾ ਸ਼ੁਰੂ ਕਰਤਾ ਸੀ। ਤੇ ਮੈਂ ਉਸ ਦਿਨ ਤੋਂ ਹੀ ਇਸ
ਖਾਸ ਤੌਰ ਤੇ ਸਾਰੀਆਂ ਸੰਸਥਾਵਾਂ ਨਾਲ ਇਨਵੋਲਵ ਹੈ। ਇੱਥੇ ਜਿੰਨੀਆਂ ਵੀ ਚਾਹੇ ਉਹ ਕਿਸੇ ਵੀ ਤਰ੍ਹਾਂ ਦੀਆਂ ਪ੍ਰੋਗਰੈਸਿਵ ਨੇ, ਚਾਹੇ ਕੋਈ ਧਾਰਮਿਕ ਨੇ, ਜਿੰਨੀਆਂ ਵੀ ਸੰਸਥਾਵਾਂ ਨੇ ਉਹ ਵੀ ਇੱਥੇ ਉਸੇ ਹੀ ਏਕਤਾ ਦਾ ਸਬੂਤ ਦੇ ਰਹੀਆਂ ਨੇ ਤੇ ਉਹ ਆਪਣਾ ਪ੍ਰੋਟੈਸਟ ਇੱਥੇ ਵੀ ਸ਼ੁਰੂ ਕੀਤਾ ਤੇ ਉਹਨਾਂ ਨੇ ਜਾ ਕੇ ਆਪਣਾ ਉੱਥੇ ਡਾਊਨਟਾਊਨ ਵੀ ਮੇਰਾ ਖਿਆਲ ਹੈ 4-5 ਰੈਲੀਜ਼ ਹੋ ਚੁੱਕੀਆਂ। ਅੱਜ ਵੀ ਬੜੀ ਸਫਲ ਰੈਲੀ ਜਿਹੜੀ ਹੈ ਧਾਰਮਿਕ ਸੰਸਥਾਵਾਂ ਵੱਲੋਂ ਤੇ ਹੋਰ ਜਿਹੜੀਆਂ ਸੰਸਥਾਵਾਂ ਨੇ ਇਕੱਠੀਆਂ ਇੱਥੇ 15-20 ਸੰਸਥਾਵਾਂ ਇਕੱਠੀਆਂ ਹੋ ਕੇ ਉਹਨਾਂ ਨੇ ਡਾਊਨਟਾਊਨ ਜਾ ਕੇ ਆਪਣਾ ਪ੍ਰੋਟੈਸਟ ਜ਼ਾਹਰ ਕੀਤਾ। ਨਾਲੇ ਉੱਥੇ ਆਪਣੇ ਵੱਲੋਂ ਲਿਖ ਕੇ ਇੱਕ ਜੋ ਵੀ ਮੰਗਾਂ ਨੇ ਵੀ ਮੰਨੀਆਂ ਜਾਣ ਕਿਸਾਨਾਂ ਦੀਆਂ ਤੇ ਜਿਹੜੇ ਕਾਨੂੰਨ ਹੈ ਉਹ ਰੱਦ ਕੀਤੇ ਜਾਣ। ਤੇ ਉਹ ਬਿਲਕੁਲ ਆਪਣਾ ਕੋਈ ਨਹੀਂ ਕਰ ਰਹੀਆਂ, ਸਗੋਂ ਉਹ ਆਪਣੀ ਏਕਤਾ ਸ਼ੋਅ ਕਰਕੇ ਸਿਰਫ ਕਿਸਾਨਾਂ ਦੇ ਨਾਲ ਜਿਹੜੀ ਕਿਸਾਨਾਂ ਦੀ ਸੰਸਥਾ ਹੈ ਉੱਥੇ ਰਾਜੋਆਣਾ ਜਿਹੜੀ ਉਹ ਪ੍ਰੋਟੈਸਟ ਨੂੰ ਚਲਾ ਰਹੀ ਹੈ ਉਹਨਾਂ ਦਾ ਹੀ ਸਹਿਯੋਗ ਕਰ ਰਹੀਆਂ ਨੇ। ਤੇ ਮੈਨੂੰ ਲੱਗਦਾ ਕਿ ਇਹ ਹੁਣ ਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ। ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਵੈਸੇ ਤਾਂ ਕਿਸਾਨ ਸਾਡੇ ਜਿਹੜਾ ਇੰਡੀਆ ਹੈ 70% ਲੋਕ ਹੈ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ, ਪਰ ਇਹ ਕੱਲਾ ਕਿਸਾਨਾਂ ਦਾ ਹੀ ਮੁੱਦਾ ਨਹੀਂ ਰਹਿ ਗਿਆ। ਇਹਦੇ ਨਾਲ ਹੋਰ ਵੀ ਸਾਰੇ ਜਿਹੜੇ ਅਸੀਂ ਜੁੜੇ ਹੋਏ ਆ। ਮੈਂ ਕਹਿੰਦੀ ਹਾਂ ਕਿ ਸਾਰੇ ਜਨਹਿਤ ਜਿੰਨਾ ਵੀ ਸਾਡਾ ਇੰਡੀਆ ਦੇ ਲੋਕ ਨੇ ਉਹ ਸਾਰਿਆਂ ਦਾ ਹੀ ਮਸਲਾ ਹੋ ਚੁੱਕਾ ਹੈ। ਤੇ ਇਸ ਕਰਕੇ ਇਹਦੇ ਨਾਲ ਸਾਰੇ, ਚਾਹੇ ਉਹ ਕਿਸਾਨ ਨੇ, ਚਾਹੇ ਉਹ ਵਪਾਰੀ ਨੇ, ਚਾਹੇ ਉਹ ਆਮ ਸਧਾਰਨ ਨੌਕਰੀ ਪੇਸ਼ਾ ਲੋਕ ਨੇ, ਹਰ ਵਰਗ ਹੈ ਜਿਹੜਾ ਉਹ ਇਸ ਕਿਸਾਨੀ ਅੰਦੋਲਨ ਦੇ ਨਾਲ ਜੁੜ ਗਿਆ, ਭਾਵਕ ਤੌਰ ਤੇ ਵੀ ਤੇ ਸਿਧਾਂਤਕ ਤੌਰ ਤੇ ਵੀ, ਕਿਉਂਕਿ ਉਹਨਾਂ ਨੂੰ ਇਹ ਪੂਰਾ ਪਤਾ ਲੱਗ ਚੁੱਕਾ। ਪਰ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਹਜੇ, ਜਾਂ ਜਿਨ੍ਹਾਂ ਨੂੰ ਲੱਗਦਾ ਕਿ ਕਿਸਾਨਾਂ ਦਾ ਹੀ ਅੰਦੋਲਨ ਹੈ, ਮੇਰਾ ਖਿਆਲ ਹੈ ਉਹਨਾਂ ਨੂੰ ਵੀ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਕੱਲਾ ਕਿਸਾਨਾਂ ਦੀ ਪ੍ਰੋਬਲਮ ਨਹੀਂ ਹੈ, ਇਹ ਸਾਰੇ ਸਾਡੇ ਉੱਥੋਂ ਦੇ ਹਰ ਇਨਸਾਨ ਦੀ ਹੈ। ਇਹ ਇਨਸਾਨ ਦੇ ਕਿਸੇ ਵੀ ਬੰਦੇ ਦੇ ਹਿੱਤ ਦੇ ਵਿੱਚ ਨਹੀਂ ਹੈ। ਇਹ ਜਿਹੜਾ ਸਾਡਾ ਇੰਡੀਆ ਦਾ ਸੱਭਿਆਚਾਰ, ਸਾਡਾ ਉੱਥੋਂ ਦਾ ਕਲਚਰ ਹੀ ਵੱਖਰਾ, ਭਾਵੇਂ ਕਈ ਵਾਰੀ ਕੁਛ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਉਹ ਇਸ ਗੱਲ ਨੂੰ ਇਹ ਬਣਾਉਣਾ ਚਾਹੁੰਦੀਆਂ ਕਿ ਇਹ ਸਿਰਫ ਜੇ ਮਤਲਬ ਕਿਸਾਨਾਂ ਚ ਹੈ, ਜਦੋਂ ਕਿ ਸਰਕਾਰ ਵੀ ਨੂੰ ਵਾਰ-ਵਾਰ ਇਹ ਦਮਦੀ ਹੈ, ਕੋਸ਼ਿਸ਼ ਕਰਦੀ ਹੈ ਸਾਨੂੰ ਸਮਝਾਉਣ ਕਿ ਇਹ ਅਸੀਂ ਬਿੱਲ ਪਾਸ ਕਿਸਾਨਾਂ ਦੇ ਹਿੱਤ ਚ ਹੈ। ਜਦੋਂ ਕਿ ਕਿਸਾਨਾਂ ਦੇ ਹਿੱਤ ਚ ਉਹ ਦੱਸਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਨਾਲ ਇਹ ਵੀ ਕਹਿੰਦੀ ਹੈ ਕਿ ਜਿਵੇਂ ਅਮਰੀਕਾ ਦੇ ਵਿੱਚ ਜਾਂ ਹੋਰ ਬਾਹਰਲੇ ਮੁਲਕਾਂ ਦੇ ਵਿੱਚ ਇਹ ਹੈ। ਪਰ ਜਿਹੜਾ ਬਾਹਰਲੇ, ਮੈਂ ਇਹ ਗੱਲ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਬਾਹਰਲੇ ਜਿਹੜੇ ਮੁਲਕ ਨੇ, ਚਾਹੇ ਅਮਰੀਕਾ ਚਾਹੇ ਕੈਨੇਡਾ, ਉੱਥੋਂ ਦਾ ਸਿਸਟਮ ਇੰਡੀਅਨ ਸਿਸਟਮ ਦਾ ਬਹੁਤ ਜ਼ਿਆਦਾ ਫਰਕ ਹੈ। ਸਾਡਾ ਜਿਹੜਾ ਇੰਡੀਆ ਦਾ ਸਿਸਟਮ ਹੈ, ਜਿਹੜੇ ਅਸੀਂ ਜ਼ਿਆਦਾ ਲੋਕ ਆਪਣੇ ਜ਼ਿਆਦਾ ਕਰਕੇ ਕਿਸਾਨੀ ਕਿੱਤੇ ਨਾਲ ਬਿਲੋਂਗ ਕਰਦੇ ਆ। ਇਵਨ ਕਿ ਸਾਡੇ ਬਿਜ਼ਨਸ ਵੀ ਸਾਡੀਆਂ ਹਰਾਂ ਦੀਆਂ ਜਿਹੜਾ ਕਿਸਾਨੀ ਮੁੱਦਾ ਆ, ਇਹ ਕੱਲਾ ਕਿਸਾਨੀਆਂ ਤੇ ਨਹੀਂ, ਜਿਸ ਤਰ੍ਹਾਂ ਤੁਸੀਂ ਕਿਹਾ ਕੱਲਾ ਕਿਸਾਨੀਆਂ ਦਾ ਨਹੀਂ, ਸਾਰੇ ਵਰਗ ਦਾ ਹੈਗਾ ਆ। ਸੁਭਾਸ਼ ਜੀ, ਮੇਰਾ ਖਿਆਲ ਇਹ ਕੱਲੇ ਵਰਗ ਦਾ ਹੈ, ਕਿਉਂਕਿ ਇੱਕ ਜਿਹੜਾ ਕਿ ਜੇ ਇੱਕ ਕੀਮਤ ਵਧੀ ਜਾਵੇਗੀ ਤੇ ਉਹ ਆਮ ਇਨਸਾਨਾਂ ਤੇ ਵੀ ਪੈਣਾ ਆ, ਉਹ ਕੱਲੇ ਕਿਸਾਨੀ ਤੇ ਨਹੀਂ ਪੈਣਾ, ਕੱਲੇ ਕਿਸੇ ਤੇ ਨਹੀਂ ਪੈਣਾ। ਜੋ ਚੀਜ਼ਾਂ ਮਹਿੰਗੀਆਂ ਹੋ ਗਈਆਂ ਤਾਂ ਸਾਰਿਆਂ ਤੇ ਪੈਣਾ, ਕੱਲੇ ਕਿਸਾਨੀ ਤੇ ਨਹੀਂ ਪੈਣਾ। ਕਿਸਾਨ ਇਸ ਕਰਕੇ ਅੱਜ ਲੜ ਰਹੇ ਆ ਕਿ ਗਰੀਬ ਤਬਕਾ ਜਿਹੜਾ ਕਿ ਉਹ ਸਟਰਗਲ ਨਾ ਕਰੇ ਆਉਣ ਵਾਲੇ ਟਾਈਮ ਦੇ ਵਿੱਚ। ਕਿਉਂ ਸੁਭਾਸ਼ ਜੀ? ਨਹੀਂ, ਇਹਦੇ ਵਿੱਚ ਹਾਲੇ ਸਵਾਲ ਪਹਿਲਾਂ ਕੀਤਾ ਸੀ ਨਾ ਵੀ ਮਤਲਬ ਦੂਜੇ ਇਹਦੇ ਵਿੱਚ ਕੀ ਹੈ, ਇਤਿਹਾਸ ਹੈ ਸਾਡਾ। ਜਦੋਂ ਦੇਸ਼ ਦੀ ਆਜ਼ਾਦੀ ਵਾਸਤੇ ਵੀ ਜਦੋਂ ਹੋਇਆ ਨਾ ਲੜਾਈ, ਉਦੋਂ ਵੀ ਵਿਦੇਸ਼ਾਂ 'ਚੋਂ ਸਪੋਰਟ ਮਿਲਦੀ। ਗਦਰ ਪਾਰਟੀ ਦੇ ਉਦਾਹਰਨ ਆ ਕਰਤਾਰ ਸਿੰਘ ਸਰਾਭਾ ਜਾਂ ਆਪਣੇ ਲਾਲਾ ਹਰਦਿਆਲ ਜਾਂ ਆਪਣੇ ਬਾਬੇ ਸਨ ਜਿਹੜੇ ਗਦਰੀ ਬਾਬੇ, ਉਹ ਵੀ ਇੱਕ ਇਤਿਹਾਸ ਹੈ। ਜਿਹੜੀ ਤੁਸੀਂ ਗੱਲ ਮਹਿੰਗਾਈ ਦੀ ਗੱਲ ਕੀਤੀ ਹੈ ਨਾ, ਦੇਖੋ ਮਹਿੰਗਾਈ ਜਿਹੜੀ ਆ ਉਹ ਤੇ ਹੋਣੀ ਆ। ਜਦੋਂ ਇਹ ਗੱਲਾਂ, ਜਦੋਂ ਮਹਿੰਗਾਈ, ਜਦੋਂ ਕਿਸਾਨ ਆਪਣੀ ਫਸਲ ਨਹੀਂ ਬੀਜੇਗਾ ਜਾਂ ਫਸਲ ਸਪਲਾਈ ਪ੍ਰੋਪਰ ਨਹੀਂ ਹੋਏਗੀ, ਔਰ ਮੈਂ ਸਮਝਦਾ ਵੀ ਇਹ ਦੇਸ਼ ਦੀ ਖੁਸ਼ਕਿਸਮਤੀ ਹੈ ਵੀ ਕਿਸਾਨਾਂ ਦੇ ਹੱਥ ਇਕਨੋਮੀ ਆ। ਲੇਕਿਨ ਜਦੋਂ ਜੇ ਸਰਕਾਰ ਦੀ ਚਾਲ ਚੱਲ ਰਹੀ ਆ, ਜੇ ਕਿਤੇ ਕਾਰਪੋਰੇਟ ਹਾਊਸਿਸ ਦੇ ਹੱਥ 'ਚ ਆ ਗਈ ਤੇ ਜਿਹੜੀ ਮਹਿੰਗਾਈ ਹੈ ਕਈ ਗੁਣਾ ਵੱਧ ਜਾਣੀ ਹੈ। ਪਾਕਿਸਤਾਨ ਦਾ ਉਦਾਹਰਨ ਹੈ ਵੀ 150 ਕਿਲੋ ਰੁਪਏ
ਉਹੀ ਤਾਂ ਕਿਸਾਨ ਜਿਹੜੇ ਆ ਕਿ ਇਸ ਕਰਕੇ ਧਰਨਾ ਪਾਉਂਦੇ ਆ ਵੀ ਮਹਿੰਗਾਈ ਜ਼ਿਆਦਾ ਹੋ ਜਾਣੀ ਆ, ਇਸੇ ਕਰਕੇ ਤਾਂ ਉਹ ਸੜਕਾਂ ਦੇ ਉੱਤੇ ਆ। ਕਿਸਾਨਾਂ ਨੂੰ ਤਾਂ ਕੋਈ ਇੰਨਾ ਹੈ ਨਹੀਂ ਗਾ। ਕਿਸਾਨ ਚਲੋ ਆਪਣੇ ਲਈ ਜ਼ਿਮੀਦਾਰ ਜਿਹੜੇ ਕਿ ਉਹ ਆਪਣੇ ਲਈ ਕੋਈ ਫਸਲ ਉਗਾ ਲੂਗੇ, ਖਾ ਲੂਗੇ, ਪੀ ਲੂਗੇ। ਜਿਹੜਾ ਕਿ ਆਮ ਲੋਕਾਂ ਨੂੰ ਜਿਹੜਾ ਕਿ ਇਸ ਜਿਹੜਾ ਕਿ ਕਾਨੂੰਨੀ ਆ ਜਿਹੜੇ ਕਿ ਉਹ ਬੜੇ ਮਹਿੰਗੇ ਪੈਣੇ ਆ, ਇਸ ਕਰਕੇ ਕਿਸਾਨੀ ਹਿੱਤ ਦੇ ਵਿੱਚ ਆਏ ਆ। ਮਹਿੰਗਾਈ ਦਾ ਕਿਸਾਨੀ ਨਾਲ ਕੋਈ ਸੰਬੰਧ ਨਹੀਂਗਾ ਕਿ ਜਿਹੜੀ ਕਿਸਾਨੀ ਆ ਨਾ ਉਹ ਹਮੇਸ਼ਾ ਪ੍ਰੋਡਕਸ਼ਨ ਦਿੰਦੀ ਆ। ਕਿਸਾਨ ਦੇ ਵਿਚਾਰੇ ਨੂੰ ਆਪਣਾ ਉਹਦੇ ਮੁੱਲ ਹੀ ਨਹੀਂ ਮਿਲ ਰਿਹਾ ਉਹਦੀ ਫਸਲ ਦਾ, ਔਰ ਜਿਹੜਾ ਮਹਿੰਗਾਈ ਦਾ ਫਾਇਦਾ ਲੈ ਜਾਂਦਾ ਜਾਂ ਸਟਾਕ ਕਰਕੇ ਲੈ ਜਾਂਦਾ ਉਹ ਤਾਂ ਸਰਮਾਇਆਦਾਰ ਜਾਂ ਕਾਰਪੋਰੇਟ ਹਾਊਸਿਸ ਲੈ ਜਾਂਦੇ ਆ, ਵੱਡੇ ਵਪਾਰੀ ਲੈ ਜਾਂਦੇ ਆ। ਕਿਸਾਨ ਨੂੰ ਤੇ ਨਾ ਵਿਚਾਰੇ ਨੂੰ ਆਲੂ ਦਾ ਮੁੱਲ ਮਿਲਦਾ, ਨਾ ਗੇਹੂੰ ਦਾ ਮੁੱਲ ਮਿਲਦਾ, ਨਾ ਝੋਨੇ ਦਾ ਚਾਵਲ ਦਾ ਮੁੱਲ ਮਿਲਦਾ, ਨਾ ਸਬਜ਼ੀਆਂ ਦਾ ਮੁੱਲ ਮਿਲਦਾ ਉਹਦੀਆਂ ਰੁਲਦੀਆਂ ਫਿਰਦੀਆਂ ਸਬਜ਼ੀਆਂ ਸੀਜ਼ਨ ਦੇ ਵਿੱਚ। ਇਸ ਕਰਕੇ ਜਿਹੜੀ ਮਹਿੰਗਾਈ ਦਾ ਸੰਬੰਧ ਹੈ ਉਹ ਸਿਸਟਮ ਨਾਲ ਸੰਬੰਧ ਕਰਦਾ ਲੱਗਦਾ। ਔਰ ਇਹ ਜਿਹੜੀਆਂ ਇਜਾਰਾਦਾਰੀਆਂ, ਜਿਹੜਾ ਇਜਾਰਾਦਾਰੀ ਦਾ ਨਾ ਕਾਨੂੰਨ ਬੰਦ ਕਰਤਾ, ਜਿਹੜਾ ਕਿ ਕਹਿੰਦੇ ਸੀ ਵੀ ਸਟਾਕ ਕਰ ਸਕਦਾ, ਜਿੰਨਾ ਮੈਕਸੀਮਮ ਸਟਾਕ ਕਰ ਸਕਦਾ ਉਹਦੇ ਕੰਟਰੋਲ ਖਤਮ ਕਰਤਾ, ਉਹ ਮਹਿੰਗਾਈ ਹੋਰ ਪੈਦਾ ਕਰੇਗੀ। ਔਰ ਉਹਨਾਂ ਹੀ ਪੈਦਾ ਕੀਤੀ ਸੀ ਬਲੈਕ ਮਾਰਕੀਟਰਸ ਨੇ, ਕਿਉਂਕਿ ਕਿਸਾਨ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਮਹਿੰਗਾਈ ਦੇ ਵਿੱਚ। ਕਿਸਾਨ ਤੇ ਲੜ ਰਿਹਾ ਵੀ ਜੇ ਤੁਸੀਂ ਸਾਨੂੰ ਪ੍ਰੋਡਕਸ਼ਨ ਦਾ ਮੁੱਲ ਨਹੀਂ ਦੇਣਾ ਤੇ ਉਹਦੀ ਦੀ ਆਰਥਿਕਤਾ ਖਤਮ ਹੋ ਜਾਏਗੀ। ਔਰ ਪ੍ਰੋਡਕਸ਼ਨ ਉਹ ਜਦੋਂ ਉਹਨੂੰ ਮਿਲੇਗਾ ਹੀ ਨਹੀਂ, ਫਸਲ ਬੀਜਿਆ ਕੁਛ ਜਾਂ ਪਿਆਜ਼ ਬੀਜਿਆ ਜਾਂ ਪਟਾਟੋ ਜਿਹਨੂੰ ਆਪਾਂ ਕਹਿੰਦੇ ਆਲੂ ਕਹਿੰਦੇ ਉਹ ਬੀਜਿਆ ਕੁਝ ਮਿਲੇਗਾ ਨਹੀਂ, ਉਹ ਸਾੜ ਦੇਗਾ ਫਸਲ। ਸਬਜ਼ੀਆਂ ਦਾ ਕੋਈ ਮੁੱਲ ਨਹੀਂ ਮਿਲੇਗਾ, ਪੈਸਾ ਖਰਚ ਕਰੇਗਾ ਤੇ ਨੈਚੁਰਲੀ ਗੱਲ ਹੈ ਵੀ ਉਹ ਕਿਸਾਨ ਪ੍ਰੋਡਕਸ਼ਨ ਨਹੀਂ ਕਰੇਗਾ ਤੇ ਮਹਿੰਗਾਈ ਵਧੇਗੀ। ਇਸ ਕਰਕੇ ਜਿਹੜੀ ਇਹ ਸਿਸਟਮ ਬੜਾ ਗਹਿਰਾ ਸਿਸਟਮ ਹੈ, ਉਹ ਸਮਝਣ ਵਾਸਤੇ ਬਹੁਤ ਟਾਈਮ ਚਾਹੀਦਾ, ਸਮਾਂ ਵੀ ਚਾਹੀਦਾ ਹੈ। ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਮੇਨ ਤੇ ਇਹ ਆ ਵੀ ਸਰਕਾਰ ਨੂੰ ਸਮਿਧੀ ਆਉਣੀ ਚਾਹੀਦੀ ਆ, ਉਹਨੂੰ ਗੱਲਬਾਤ ਕਰਨੀ ਚਾਹੀਦੀ ਆ, ਉਹਨੂੰ ਐਵੇਂ ਪ੍ਰੈਸਟੀ ਇਸ਼ੂ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਪ੍ਰੈਸਟੀਆਂ ਨਾਲ ਸਰਕਾਰਾਂ ਜਾਂ ਸਟੇਟ ਨਹੀਂ ਚੱਲਦੇ। ਉਹਨਾਂ ਨੂੰ ਪਤਾ ਹੈ, ਇਹਨਾਂ ਨੂੰ ਸਰਕਾਰ ਨੂੰ ਵੀ ਅਸੀਂ ਜਾਂ ਤਾਂ ਪਤਾ ਨਾ ਹੋਵੇ ਵੀ ਸਰਕਾਰ ਨੂੰ ਵੀ ਉਹ ਜਾਣਬੁੱਝ ਕੇ ਉਹ ਬੇਈਮਾਨੀ ਸ਼ੋਅ ਕਰ ਰਹੀ, ਕਿਉਂਕਿ ਉਹਦਾ ਕਾਹਲੀ ਪਣ ਕੀਤਾ ਬਿੱਲ ਪਾਸ ਕਰਨ ਲੱਗਿਆ ਵੀ ਸਭ ਕੁਝ ਪਤਾ ਸਰਕਾਰ ਨੂੰ, ਸਰਕਾਰ ਦੀ ਇਨਫੋਰਮੇਸ਼ਨ ਇੰਟੈਲੀਜੈਂਸੀ ਸਭ ਪਤਾ ਆ, ਲੇਕਿਨ ਉਹ ਸਰਕਾਰ ਜਾਣ ਕੇ ਬਦਮਾਸ਼ੀ ਕਰੀ ਕਿਉਂਕਿ ਉਹ ਇੰਟਰਸਟ ਜਿਹੜਾ ਹੈ ਨਾ ਪੂਰ ਰਹੀ ਆ ਵੈਸਟਰਨ ਪਾਵਰਸ ਦਾ, ਜਿਹਦੇ ਨਾਲ ਕਾਰਪੋਰੇਟ ਹਾਊਸਿਸ ਨੇ ਜਾਂ ਦੂਜੇ ਉਹਨਾਂ ਦਾ ਉਹ ਇੰਟਰਸਟ ਪੂਰ ਰਹੀ ਹੈ। ਸਰਕਾਰ ਨੂੰ ਪਤਾ, ਮੋਦੀ ਸਾਹਿਬ ਨੂੰ ਸਾਰਾ ਪਤਾ ਵੀ ਮੈਂ ਜੋ ਸ਼ੈਤਾਨੀ ਕੀਤੀ ਆ ਜਾਂ ਕੀ ਸ਼ਰਾਰਤ ਕੀਤੀ ਆ, ਉਹ ਸਾਰਾ ਪਤਾ, ਐਸੀ ਗੱਲ ਨਹੀਂ ਗੀ। ਲੇਕਿਨ ਹੁਣ ਮੋਦੀ ਸਾਹਿਬ ਨੂੰ ਇਹ ਨਹੀਂ ਸੀ ਪਤਾ ਵੀ ਐਡੀ ਵੱਡੀ ਵਿਰੋਧਤਾ ਜਿਹੜੀ ਹੈ ਮੇਰੇ ਸਾਹਮਣੇ ਖੜੀ ਹੋ ਕੇ ਆ ਜਾਏਗੀ, ਇਹ ਨਹੀਂ ਸੀ ਪਤਾ। ਉਹ ਇਸ ਚੀਜ਼ ਤੋਂ ਉਹ ਐਸਟੀਮੇਟ ਲਾਉਣ ਤੋਂ ਬੜੇ ਅਣਜਾਣ ਰਹੇ ਔਰ ਬੜੇ ਮਤਲਬ ਖੁੱਝ ਗਏ ਇਸ ਚੀਜ਼ ਤੋਂ, ਉਹਨਾਂ ਸਮਝ ਜੀ ਤੁਸੀਂ ਇਹ ਹਾਂਜੀ ਜਿਹੜਾ ਕਿ ਉਹ ਰੈਲੀ ਆ 26 ਜਨਵਰੀ ਨੂੰ ਹੋਣੀ ਹੈ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਹਾਂਜੀ ਹਾਂਜੀ ਬਿਲਕੁਲ ਜੀ, 26 ਜਨਵਰੀ ਵਾਲਾ ਦਾ ਇੱਕ ਬੜਾ ਵੱਡਾ ਇੱਕ ਇਹ ਕੰਟਰੋਵਰਸੀ ਆ। ਜਦੋਂ ਉਹਨਾਂ ਨੇ ਕਿਸਾਨਾਂ ਨੇ ਕਿਹਾ ਵੀ ਅਸੀਂ ਤਿਰੰਗਾ ਝੰਡਾ ਲੈ ਕੇ ਜਿਹੜਾ ਨਾ ਉਹ ਅਸੀਂ ਮਾਰਚ ਕਰਾਂਗੇ, ਔਰ ਜਦੋਂ ਤਿਰੰਗਾ ਝੰਡਾ ਕਿਸਾਨ ਲੈ ਕੇ ਚੱਲਣਗੇ ਔਰ ਉਹਨਾਂ ਮੇਰੀਆਂ ਭੈਣਾਂ ਜਾਂ ਮਾਤਾਵਾਂ ਭੈਣਾਂ ਚੱਲਣਗੀਆਂ ਟਰੈਕਟਰਾਂ ਦੇ ਟਰਾਲੀਆਂ ਦੇ, ਤੇ ਉਹ ਤਿਰੰਗੇ ਝੰਡੇ ਤੇ ਕਿੱਦਾਂ ਗੋਲੀ ਚਲਾ ਦੇਣਗੇ। ਇਹ ਬੜਾ ਵੱਡਾ ਇੱਕ ਡਾਇਲੇਮਾ ਖੜਾ ਹੋ ਗਿਆ ਸਰਕਾਰ ਦੇ ਸਾਹਮਣੇ। ਅਗਰ ਉਹ ਤੇ ਉੱਥੇ ਕਿੱਦਾਂ ਲੈ ਕੇ ਜਾਓਗੇ ਟਰੈਕਟਰ ਟਰਾਲੀਆਂ, ਕਿੱਦਾਂ ਮੈਨੂੰ ਦੱਸੋਗੇ ਕਿੱਦਾਂ ਲੈ ਕੇ ਜਾਓਗੇ ਟਰੈਕਟਰ ਟਰਾਲੀਆਂ? ਉਹ ਅਲਾਉ ਕਰ ਦੋਗੇ ਸਰਕਾਰ? ਕਰ ਸਕਦੀ, ਇੰਨਾ ਖੱਪ ਪੈਣੀ ਨਹੀਂ ਸੀ। ਉਹਦੇ ਬੋਟ ਕਲੱਬ ਦੇ ਵਿੱਚ ਇਹਨਾਂ ਨੂੰ ਪਰਮਿਸ਼ਨ ਦੇ ਦਿੰਦੇ, ਲੋਕੀ ਉੱਥੇ ਰੋਜ਼ ਸਪੀਚਾਂ ਕਰਦੇ, ਸੁਣਦੇ, ਲੋਕ ਸੁਣਦੇ, ਲੇਕਿਨ ਸਰਕਾਰ ਨੇ ਤੇ ਜਾਣਬੁੱਝ ਕੇ ਇਹ ਡਰਾਮੇਬਾਜ਼ੀ ਕੀਤੀ ਆ। ਹੁਣ ਸਰਕਾਰ ਨੂੰ ਭੁਗਤਣਾ ਪੈ ਰਿਹਾ। ਔਰ ਜੇ ਇਹ ਟਰੈਕਟਰ ਟਰਾਲੀਆਂ ਦਾ ਕੋਈ ਇਸ਼ੂ ਨਹੀਂ ਸੀ ਹੋਣਾ, ਹੁਣ ਜਦੋਂ ਇਹ ਸਰਕਾਰ ਕਿਸੇ ਗੱਲ ਆਈ ਨਹੀਂ ਰਹੀ, ਮੰਨ ਨਹੀਂ ਰਹੀ, ਤੇ ਉਦੋਂ ਤੇ ਫਿਰ ਕਿਸਾਨਾਂ ਨੇ ਆਪਣੀ ਤਾਕਤ ਤੇ ਦਿਖਾਉਣੀ ਹੈ ਨਾ। ਜਦੋਂ ਸਾਡਾ ਅਸੀਂ ਲੋਕ ਆ, ਅਸੀਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਯਾਦ ਕਰਨ ਵਾਸਤੇ, ਅਸੀਂ ਦੇਸ਼ ਦੇ ਅੰਨਦਾਤਾ, ਅਸੀਂ ਦੇਸ਼। ਹਾਂਜੀ, ਤੁਹਾਨੂੰ ਨਹੀਂ ਲੱਗਦਾ ਕਿ 11 ਨੂੰ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਕੋਈ ਨਾ ਕੋਈ ਤੁਹਾਨੂੰ ਨਹੀਂ ਲੱਗਦਾ, ਮੈਂ ਕਿਹਾ ਕਿ ਜਿਹੜੀ 11 ਨੂੰ ਮੀਟਿੰਗ ਹੋਣੀ ਆ ਉਹਦੇ ਵਿੱਚ ਕੋਈ ਨਾ ਕੋਈ ਫੈਸਲਾ ਹੋ ਜਾਏਗਾ? ਪ੍ਰਦਰਸ਼ਨ ਚੱਲਦੇ ਰਹਿਣੇ ਆ, ਮੀਟਿੰਗਾਂ ਚੱਲਦੀਆਂ ਰਹਿਣੀਆਂ, ਮੇਰੇ ਹਿਸਾਬ ਨਾਲ ਤਾਂ ਕੋਈ ਹੱਲ ਨਹੀਂ ਨਿਕਲਣਾ ਕਿਸਾਨਾਂ ਦਾ। ਤੁਸੀਂ ਕੀ ਕਹਿਣਾ ਚਾਹੁੰਦੇ ਆ ਸ਼ਵਾਜ ਜੀ ਤੇ ਪ੍ਰੀਤ ਜੀ? ਤੁਸੀਂ ਆਪਣਾ ਪੱਖ ਰੱਖੋ ਜਰਾ। ਹਾਂਜੀ, ਮੈਂ ਤਾਂ ਇਹਨਾਂ ਨੂੰ ਸੁਭਾਸ਼ ਜੀ ਨੂੰ ਹੀ ਕਹਿੰਦੇ ਸੀ ਕਿ 11 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਹੈ ਸ਼ਾਇਦ ਉਹਦੇ ਵਿੱਚ ਕੋਈ ਹੱਲ ਨਿਕਲੇ ਤੇ ਫਿਰ ਹੋ ਸਕਦਾ ਕਿ ਜਿਹੜੀ
ਸ਼ਾਂਤਮਈ, ਵੈਸੇ ਤਾਂ ਹੁਣ ਵੀ ਸ਼ਾਂਤਮਈ ਹੈ। 26 ਤਰੀਕ ਨੂੰ ਉਹਨਾਂ ਨੇ ਕਿਸਾਨਾਂ ਨੇ ਇਹ ਕਿਹਾ ਕਿ ਅਸੀਂ ਟਰੈਕਟਰ ਇੱਕ ਸਾਈਡ ਤੇ ਲਾ ਕੇ ਫਿਰ ਮਾਰਚ ਅੰਦਰ ਅਸੀਂ ਆਪਣੇ ਕਿਸਾਨਾਂ ਵੱਲੋਂ ਝੰਡੇ ਲੈ ਕੇ ਕਰਾਂਗੇ। ਉਹਦੇ ਵਿੱਚ ਇਹ ਆ ਵੀ ਸਰਕਾਰ ਨੇ ਸ਼ਾਇਦ 15 ਤਰੀਕ ਦਿੱਤੀ ਹੈ ਮੇਰੇ ਖਿਆਲ ਨਾਲ। ਹੈਲੋ, 15 ਹਾਂਜੀ। ਤਰੀਕ ਦਿੱਤੀ ਆ। ਉਸ ਤੋਂ ਪਹਿਲਾਂ ਕੀ ਹੈ ਕਿ 11 ਤਰੀਕ ਨੂੰ ਸੁਪਰੀਮ ਕੋਰਟ ਦੀ ਇੱਕ ਡੇਟ ਹੈ। ਸੁਪਰੀਮ ਕੋਰਟ ਨੇ ਸੋਲੀਸਿਟਰ ਜਨਰਲ ਨੂੰ ਇੱਕ ਕਿਹਾ ਹੈ ਵੀ ਸਰਕਾਰ ਕੋਲ ਇੰਸਟਰਕਸ਼ਨ ਲੈ ਲਓ ਵੀ ਅਸੀਂ ਇਸ ਕਾਨੂੰਨ ਨੂੰ ਅਪਹੈਲਡ ਕਰ ਦਈਏ। ਇਸ ਦਾ ਇਸ਼ਾਰਾ ਕ੍ਰਿਸ਼ੀ ਮੰਤਰੀ ਜਦੋਂ ਪਹਿਲੀ 8 ਦੀ ਮੀਟਿੰਗ ਕਰ ਚੁੱਕੇ ਆ ਵੀ ਅਗਰ ਤੁਸੀਂ ਨਹੀਂ ਮੰਨਦੇ ਤਾਂ ਤੁਸੀਂ ਸੁਪਰੀਮ ਕੋਰਟ ਚਲੇ ਜਾਓ ਤੇ ਸੁਪਰੀਮ ਕੋਰਟ ਕੋਲੋਂ ਨਿਆਂ ਲੈ ਲਓ। ਤੇ ਕਿਸਾਨਾਂ ਨੇ ਕਹਿੰਦਾ ਵੀ ਅਸੀਂ ਸਾਨੂੰ ਸੁਪਰੀਮ ਕੋਰਟ ਜਾਣ ਦੀ ਕੋਈ ਲੋੜ ਨਹੀਂ, ਨਾ ਜੇ ਸੁਪਰੀਮ ਕੋਰਟ ਫੈਸਲਾ ਸਾਡੇ ਖਿਲਾਫ ਕਰੇਗਾ ਵੀ ਤੇ ਅਸੀਂ ਮੰਨਣਾ ਨਹੀਂ ਗਾ ਸੁਪਰੀਮ ਕੋਰਟ ਦੀ ਡਾਇਰੈਕਸ਼ਨ, ਕਿਉਂਕਿ ਸੁਪਰੀਮ ਕੋਰਟ ਦੀ ਕ੍ਰੈਡੀਬਿਲਿਟੀ ਜਿਹੜੀ ਆ ਉਹ ਡਾਊਟਫੁਲ ਹੋ ਚੁੱਕੀ ਆ ਪਿਛਲੇ ਕੁਝ ਚਿਰ ਤੋਂ। ਉਹਨਾਂ ਦੇ ਡਿਸੀਜਨ ਜਿਹੜੇ ਨੇ ਉਹਨਾਂ ਨੇ ਨੈਸ਼ਨਲ ਲੈਵਲ ਤੇ ਦਿੱਤੇ ਨੇ, ਲੇਕਿਨ ਫਿਰ ਵੀ ਸੁਪਰੀਮ ਕੋਰਟ ਨੇ ਇਹਨੂੰ ਜਿਹੜਾ ਕਿ ਸੂਓ ਮੋਟੋ ਲੈ ਲੈਣਾ ਚਾਹੀਦਾ ਪਹਿਲਾਂ ਬਹੁਤ ਚੰਗੀ ਤਰ੍ਹਾਂ। ਲੇਕਿਨ ਉਹਨਾਂ ਨੇ ਕੋਈ ਇਸ਼ੂ ਪ੍ਰਾਈਵੇਟ ਇੱਕ ਪਟੀਸ਼ਨ ਲੱਗੀ ਆ, ਉਹਦੇ ਵਿੱਚ ਹੋ ਸਕਦਾ ਕੋਈ ਬਹਾਨੇਬਾਜ਼ੀ ਸਰਕਾਰ ਨੂੰ ਮਿਲ ਜਾਵੇ ਜਾਂ ਸੁਪਰੀਮ ਕੋਰਟ ਸਰਕਾਰ ਦੀ ਜਾਨ ਛੁਡਾ ਦੇਵੇ ਵੀ 3 ਮਿੰਟ ਸੁਹਾਸ ਜੀ ਰਹਿ ਗਏ, 2-3 ਮਿੰਟਾਂ ਵਿੱਚ ਆਪਾਂ ਸਮਾਪਤ ਕਰਨਾ ਤੇ ਲਾਸਟ ਦੇ ਵਿੱਚ ਆਪਾਂ ਇਸ ਮੁੱਦੇ ਤੇ ਫਿਰ ਡਿਸਕਸ ਕਰਾਂਗੇ। 2-3 ਮਿੰਟ ਹੀ ਰਹਿ ਗਏ। ਇਸ ਦੇ ਵਿੱਚ ਵੀ ਪ੍ਰੀਤ ਜੀ ਤੁਹਾਡਾ ਬਹੁਤ ਸਵਾਗਤ ਵੀ ਹੈ, ਕਿਉਂਕਿ ਗਿੱਲ ਸਾਹਿਬ ਦਾ ਕੱਲ ਜਨਮ ਦਿਨ ਵੀ ਸੀ। ਉਹਨਾਂ ਨੂੰ ਬਹੁਤ ਵਧਾਈਆਂ ਆਪਣਾ ਪੰਜਾਬ ਦੀ ਟੀਮ ਵੱਲੋਂ, ਹੋਰ ਟੀਮ ਵੱਲੋਂ ਉਹਨਾਂ ਨੂੰ ਲੱਖ ਵਧਾਈਆਂ ਜਨਮ ਦਿਨ ਦੀਆਂ। ਤੇ ਨਾਲੇ ਮੇਰਾ ਖਿਆਲ ਤੁਸੀਂ ਐਂਡ ਦੇ ਵਿੱਚੋਂ ਕੀ ਕਹਿਣਾ ਚਾਹੁੰਦੇ ਹੋ ਸੁਹਾਸ ਜੀ ਤੇ ਪ੍ਰੀਤ ਜੀ? ਬਹੁਤ ਧੰਨਵਾਦ। ਹਾਂਜੀ, ਪਹਿਲੀ ਗੱਲ ਤਾਂ ਬਹੁਤ ਧੰਨਵਾਦ। ਤੇ ਅੱਜ ਚਲੋ ਫਸਟ ਹੀ ਅਸੀਂ ਕੀਤਾ, ਮੈਂ ਤਾਂ ਪ੍ਰੋਗਰਾਮ ਜਿਹੜਾ ਕਿ ਘਰੋਂ ਕੀਤਾ, ਫਿਰ ਆਪਾਂ ਅੱਗੇ ਜਾਰੀ ਰੱਖਾਂਗੇ। ਤੇ ਬਾਕੀ ਥੋੜਾ ਅਸੀਂ ਇੱਥੋਂ ਦੀ ਅਮਰੀਕਾ ਬਾਰੇ ਗੱਲ ਕਰਨੀ ਚਾਹੁੰਦੇ ਸੀ, ਥੋੜੀ ਜੀ ਉੱਥੇ ਦੀ ਆਪਾਂ ਵੀ ਕਿ ਟਰੰਪ ਦਾ ਜੋ ਵੀ ਘਟਨਾ ਵਾਪਰੀ ਉਹਦੇ ਬਾਰੇ ਸੁਭਾਸ਼ ਜੀ ਤੋਂ ਥੋੜਾ ਪੁੱਛ ਲੈਣੇ ਐਂਡ ਦੇ ਵਿੱਚ। ਤੇ ਹੁਣ ਮੇਰੇ ਵੱਲੋਂ ਤਾਂ ਅੱਗੇ ਫਿਰ ਸਤਿ ਸ਼੍ਰੀ ਅਕਾਲ ਹੈ, ਕਿਉਂਕਿ ਟਾਈਮ ਬਹੁਤ ਘੱਟ ਹੈ। ਨੈਕਸਟ ਟਾਈਮ ਆਪਾਂ ਫਿਰ ਜੁੜਾਂਗੇ। ਸੁਪਰੀਮ ਕੋਰਟ ਦਾ ਜਿਹੜਾ ਟਰੰਪ ਸਾਹਿਬ ਦੇ ਨੇ ਕੱਲ ਕੀਤਾ, ਬੜੀ ਮੂਰਖਤਾ ਕੀਤੀ ਆ। ਉਹਦੇ ਬੜੇ ਭੈੜੇ ਰਿਜ਼ਲਟ ਨਿਕਲੇ ਡੈਮੋਕ੍ਰੇਸੀ ਵਾਸਤੇ, ਵਰਲਡ ਵਾਸਤੇ। ਇਹ ਬੜਾ ਲੰਮਾ ਜਿਹਾ ਟੌਪਿਕ ਆ, ਆਪਾਂ ਡਿਸਕਸ ਕਰਾਂਗੇ। ਲੇਕਿਨ ਜਿਹੜੀ ਸਿੰਗਲਰ ਦਿੱਤਾ ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਤੇ ਕਰਾਪਟ ਕਰਦਾ, ਆਪਾਂ ਇਹ ਮੁੱਦੇ ਜਾਰੀ ਰੱਖਾਂ। ਮੇਰੀ ਬੇਨਤੀ ਹੈ, ਬਿਲਕੁਲ ਟਾਈਮ ਖਤਮ ਹੋ ਗਿਆ, ਇੱਥੋਂ ਸਮਾਪਤੀ ਲੈਂਦੇ ਆਪਾਂ ਮੰਡੇ ਇਸੇ ਟੌਪਿਕ ਨੂੰ ਕੰਟੀਨਿਊ ਕਰਾਂਗੇ। ਤੁਹਾਡਾ ਦੋਨਾਂ ਦਾ ਬਹੁਤ ਸਵਾਗਤ ਹੈ, ਧੰਨਵਾਦ ਹੈ। ਤੇ ਜਾਂਦੇ ਫੇਰ ਗਿੱਲ ਸਾਹਿਬ ਨੂੰ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਜੀ ਸਾਡੇ ਵੱਲੋਂ। ਸਤਿ ਸ੍ਰੀ ਅਕਾਲ। ਅਗਲੇ ਹਫਤੇ ਦਾ ਵੀ ਜ਼ਰੂਰ ਦੱਸਣਾ, ਬਿਲਕੁਲ ਦੱਸ ਦਿਓ, 1 ਮਿੰਟ ਰਹਿ ਗਿਆ ਸਾਡਾ, ਕਿ ਅਸੀਂ ਅਗਲੇ ਹਫਤੇ ਪਹਿਲਾਂ ਤਾਂ ਮੈਂ ਚਾਹੂੰਗਾ